निहाल। सत श्री अकाल दोस्तों, प्रोग्राम गूंजा सिख विरसे दे तुहाडा स्वागत है। बीते दिन दिल्ली सिख गुरुद्वारा प्रबंधक कमेटी वालों विश्व पंजाबी संस्था के सन फाउंडेशन के सहयोग ਨਾਲ ਸਾਕਾਰ श्री ननकाना साहब की 100 साला शताब्दी ਨੂੰ ਸਮਰਪਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿੱਚ ਪੰਜ ਪ੍ਰਸਿੱਧ ਰਾਗੀ ਜਥੇ ਨੇ ਆਈਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਸ਼ਵ ਪੰਜਾਬੀ ਸੰਸਥਾ ਤੇ ਸਨ ਫਾਊਂਡੇਸ਼ਨ ਵੱਲੋਂ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਸ਼ਤਾਬਦੀ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਰਤਨ ਸਮਾਗਮ ਕਰਵਾਏ ਗਏ। ਇਸ ਸਮਾਗਮ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤ ਨੂੰ ਹਰਜਸ ਨਾਲ ਨਿਹਾਲ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ। इस मौके दिल्ली सिख गुरुद्वारा प्रबंधक कमेटी के प्रधान मनजिंदर सिंह सिरसा ने संगतां नूं संबोधन किया ते दिल्ली सिख गुरुद्वारा प्रबंधक कमेटी वालों कीते जा रहे कारजां की सांझ भी पाई। अज का ये बहुत विशेष दिहाड़ा है क्योंकि दुनिया के अंदर बहुत सारे ऐसे साके ने जिन्हां दे उत्ते वो दिन मनाए जाते हैं, उन्हां दिनां नूं याद किया जाता है। पर गुरु साहब जी का ये रहमत और बख्शिश अपने सिखां ते आ कि सिख ने अपने इस विवेक नूं कदी नहीं खोया और उन्हां हालातां दे अंदर भी जदों कि कोई भी सधारण आदमी अपना आपा खो जावे पर गुरु की रहमत बख्शी सदके सिख ने उस विवेक नूं कदी नहीं खोया। पर जदों कदी अपने गुरु की गल आ गई तो फिर सिख ने अरदास करके पिछा मुड़ के भी नहीं कदी वेख्या। फिर सिख ने अपने गुरु के पिछे गुरु के चरणों च आके अपनी शहादत दे दी। अज एक ऐसा दिन आ, अज एक ऐसा दिन आ जिहड़ा पूरी दुनिया के अंदर याद किया जाता है। ननकाना साहब के साके के रूप के अंदर 20, 21, 22 तरीक 100 साल हो गए। खालसा जी शायद जदों असीं गल करते हैं ननकाना साहब साका, मैं एक गल जरूर कहना चाहना है कि साडे जिहड़े बच्चे ने शायद वो इसकी भावना नूं वो समझ नहीं पा रहे कि किस कदर ये 100 साला जिहड़ा असीं मनाउण जा रहे हैं ये कोई छोटी गल नहीं। 260 सिंघां ने शहादत दित्ती, इस करके शहादत दित्ती जदों सिंघां नूं ये गल समझ आ गई भी साडे गुरु दे घर दे अंदर बेपत किया जा रहा है, ये गुरुद्वारा साहब के उत्ते हमला किया जा रहा है और हमला भी कोई सधारण तरीके का नहीं सी। खालसा जी ਜਿਹੜੇ लोग उत्थे गए सी वो कोई इस करके नहीं गए सी भी असी चले हाँ जे हालात ठीक होणगे सुखावे होणगे तो दर्शन करके आ जावांगे नहीं तो वापस मुड़ आवांगे, नहीं अकीदा करके चले सी
ਕਿਉਂਕਿ ਉਸ ਵੇਲੇ ਗੋਰਿਆਂ ਨੇ ਨਰੈਣੂ ਮਹੰਤ ਨੂੰ ਉਹ ਥਾਂ ਤੇ ਬਿਠਾਇਆ ਸੀ ਔਰ ਇੱਕ ਸੋਚ ਦੇ ਨਾਲ ਬਿਠਾਇਆ ਸੀ ਜਿਵੇਂ ਅੱਜ ਦੇ ਹੁਕਮਰਾਨ ਤੁਹਾਡੇ ਨਾਲ ਕਰਦੇ ਪਏ ਨੇ। ਉਸ ਵੇਲੇ ਦੇ ਹੁਕਮਰਾਨ ਵੀ ਤਾਂ ਕਰ ਰਹੇ ਸੀ ਕਿਉਂਕਿ ਉਹ ਸਿੱਖ ਧਰਮ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ। 100 ਸਾਲਾ ਮੇਰੇ ਨੌਜਵਾਨ, ਮੇਰੇ ਬੱਚਿਓ, ਮੇਰੇ ਦੋਸਤੋ, ਮੇਰੀ ਗੁਰੂ ਪਿਆਰੀ ਸੰਗਤ ਜੀ, ਨਾ ਭੁੱਲਿਓ ਜੀ, ਕਿਉਂਕਿ ਗੁਰੂ ਵੱਲ ਮੂੰਹ ਕਰਕੇ ਅਰਦਾਸ ਕਰਕੇ ਤੁਰੇ ਸੀ। ਬੋਟੀ ਬੋਟੀ ਕੱਟੀ ਗਈ, ਬੋਟੀ ਬੋਟੀ 4 ਸਿੰਘ ਜਿਹੜੇ ਸੀ, ਪੂਰਾ ਸਰੀਰ ਮਿਲਿਆ ਸੀ। ਮੈਂ ਭਾਈ ਪਿੰਦਰਪਾਲ ਜੀ ਨਾਲ ਗੱਲ ਕਰ ਰਿਹਾ ਸੀ, ਮੈਨੂੰ ਭਾਈ ਪਿੰਦਰਪਾਲ ਜੀ ਨੇ ਦੱਸਿਆ ਕੀਮਾ ਬਣਾਤਾ ਸੀ ਸਰੀਰ ਦਾ ਕੀਮਾ। ਅੱਜ ਗੱਲ ਕਹਿਣੀ ਸੌਖੀ ਆ, ਬੋਟੀ ਤੇ ਹੱਥ ਚੋਟ ਲੱਗ ਜੇ ਨਾ, ਬੋਟੀ ਤੇ ਸਿੰਘ ਸਾਹਿਬ, ਤੁਸੀਂ ਤੇ ਗੁਰੂ ਘਰ ਦੀ ਉਸਤਤ ਕਰਦੇ ਜੇ, ਉਸ ਮਾਲਕ ਨੂੰ ਰੋਜ਼ ਰਜਾਉਂਦੇ ਜੇ, ਆਪਣੀ ਵੀ ਉਂਗਲ ਤੇ ਕੋਈ ਮਾੜੀ ਜੀ ਸੱਟ ਲੱਗ ਜੇ ਨਾ ਤੇ ਕਈ ਦਿਨ ਤੱਕ ਰੋਣਾ ਬੰਦ ਨਹੀਂ ਹੁੰਦਾ। ਉਹਨਾਂ ਦੇ ਸਰੀਰ ਦੀਆਂ ਬੋਟੀਆਂ ਬੋਟੀਆਂ ਕੱਟ ਦਿੱਤੀਆਂ, ਕਿਸੇ ਦਾ ਸਰੀਰ ਨਹੀਂ ਮਿਲਿਆ ਸੀ। ਐਸੇ ਸਿੰਘ ਸੀਗੇ। 260 ਸਿੰਘਾਂ ਦੀ ਸ਼ਹੀਦੀ ਹੋਈ ਔਰ ਉਹ ਨਨਕਾਣਾ ਸਾਹਿਬ ਦਾ ਸਾਕਾ। ਪਰ ਸਿੱਖ ਪਿੱਛੇ ਤਾਂ ਨਹੀਂ ਹਟੇ, ਇਹ ਦੇਖ ਕੇ ਪਿੱਛੇ ਨਹੀਂ ਹਟੇ, ਇਹ ਸੋਚ ਕੇ ਡਰੇ ਨਹੀਂ ਵੀ ਹੁਣ 260 ਨਹੀਂ ਮਿਲੇ ਤੇ ਗਾਂ ਜਾਵਾਂਗੇ ਤਾਂ ਸਾਡੇ ਨਾਲ ਕੀ ਹੋਊਗਾ। ਸਿੱਖਾਂ ਨੇ ਕਿਹਾ ਨਾ, 260 ਜਾਣ, 2000 ਜਾਣ, ਨਨਕਾਣਾ ਸਾਹਿਬ ਨਰੈਣੂ ਮਹੰਤ ਤੋਂ ਆਜ਼ਾਦ ਕਰਾਉਣਾ ਹੈ। ਗੱਲ ਸ਼ਹਾਦਤਾਂ ਦੀ ਨਹੀਂ, ਗੱਲ ਸਾਡੇ ਗੁਰੂ ਦੀ ਆ। ਔਰ ਗੋਰਿਆਂ ਦੀ ਸਰਕਾਰ ਨੂੰ ਜਦੋਂ ਇਹ ਸਮਝ ਆ ਗਈ ਗੱਲ ਵੀ ਜਿਨ੍ਹਾਂ ਨੂੰ ਅਸੀਂ ਦਬਾਉਣਾ ਚਾਹੁੰਦੇ ਸਾਂ, ਮਾਫ ਕਰਿਓ ਮੈਂ ਬਾਰ-ਬਾਰ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਵੀ ਦਬਾਇਆ ਜਾ ਰਿਹਾ ਹੈ, ਅੱਜ ਜੇਲ੍ਹਾਂ 'ਚ ਬੰਦ ਕਰਕੇ ਦਬਾਇਆ ਜਾ ਰਿਹਾ ਹੈ, ਅੱਜ ਨਜਾਇਜ਼ ਮੁਕੱਦਮੇ ਦਾ ਕੇ ਡਰਾਇਆ ਜਾ ਰਿਹਾ ਹੈ, ਅੱਜ ਵੀ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਇਹ ਸੋਚਦੇ ਨੇ ਕਿ ਸਿੱਖ ਨੂੰ ਜੇਲ੍ਹਾਂ 'ਚ ਬੰਦ ਕਰਕੇ ਡੱਕ ਕੇ ਰੋਕ ਲੈਣਗੇ। ਮੈਂ ਉਹਨਾਂ ਹੁਕਮਰਾਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ, ਇਹ ਗੁਰੂ ਦਿਓ ਸਿੱਖ ਨੇ ਇਹਨਾਂ ਨੂੰ ਸ਼ਹਾਦਤਾਂ ਨਾ ਰੋਕ ਸਕੀਆਂ। ਕੀਮਾ ਹੋ ਗਿਆ ਆਪਣੇ ਸਰੀਰ ਦਾ ਤੇ ਪਿੱਛੇ ਬੱਚਿਆਂ ਨੇ ਹਾ ਦਾ ਨਾਰਾ ਨਹੀਂ ਮਾਰਿਆ, ਬਾਕੀ ਪਰਿਵਾਰ ਵੀ ਗੁਰੂ ਘਰ ਵੱਲ ਮੂੰਹ ਕਰਕੇ ਤੁਰ ਚੱਲਿਆ ਵੀ ਗੁਰੂ ਦਾ ਘਰ ਆਜ਼ਾਦ ਕਰਾਉਣਾ, ਭਾਵੇਂ ਕੁਛ ਹੋ ਜੇ ਰਹਿਣ ਨਹੀਂ ਦੇਣਾ। ਇਹ ਜਜ਼ਬਾ ਹੈ ਸਾਡੀ ਕੌਮ ਦਾ। ਇਸ ਕਰਕੇ ਖਾਲਸਾ ਜੀ, ਇਹ ਦਿਨ ਦੀ ਸਾਡੀ ਜ਼ਿੰਦਗੀ ਦੇ ਅੰਦਰ ਬਹੁਤ ਵੱਡੀ ਅਹਿਮੀਅਤ ਆ। ਇਹਨਾਂ ਦਿਨਾਂ ਨੂੰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਇਹ ਦਿਨ ਨੇ ਜਿਹੜੇ ਸਰਕਾਰਾਂ ਦੀਆਂ ਅੱਖਾਂ ਖੋਲ੍ਹਦੇ ਨੇ, ਇਹ ਦਿਨ ਨੇ ਜਿਹੜੇ ਸਿਸਟਮ ਨੂੰ ਖੋਲ ਕੇ ਰੱਖ ਦਿੰਦੇ ਨੇ। ਜਦੋਂ ਸਿਸਟਮ ਦੇ ਲੋਕ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਨੇ ਥਰ ਥਰ ਕੰਬਦੇ ਨੇ ਕਿ ਅਗਰ ਇਹ ਸਿੱਖਾਂ ਦੇ ਹੱਥ ਦੇ ਅੰਦਰ ਕਦੀ ਕਮਾਂਡ ਆ ਗਈ ਤੇ ਇਹ ਸਾਰੀ ਮਾਨਵਤਾ ਦੀ ਸੇਵਾ ਕਰਨ ਵਾਲੇ ਲੋਕ ਦੁਨੀਆ ਦੀ ਸੋਚ ਨੂੰ ਬਦਲ ਕੇ ਰੱਖ ਦੇਣਗੇ। ਸੋ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਵਿਕਰਮਜੀਤ ਸਿੰਘ ਸਾਨੀ ਸਾਹਿਬ ਦਾ, ਜਿਹੜੇ ਹਮੇਸ਼ਾ ਹੀ ਕੌਮ ਦੇ ਵਾਸਤੇ ਐਸੇ ਨੇਕ ਕੰਮ ਕਰਦੇ ਨੇ। ਜਿੰਨੀ ਇਹਨਾਂ ਦੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਥੋੜੀ ਆ। ਜਿੱਥੇ ਅਫਗਾਨਿਸਤਾਨ ਦੇ ਸਿੱਖਾਂ ਨੂੰ ਲੋੜ ਪਈ ਤੇ ਸਾਨੀ ਸਾਹਿਬ ਨੇ ਪੂਰੇ ਦੇ ਪੂਰੇ ਜਹਾਜ਼ ਭਰ ਕੇ ਲੈ ਆਂਦੇ ਔਰ ਅੱਜ ਜੇ ਲੋੜ ਪਈ 8 ਏਕੜ ਅੰਦਰ ਇਹਨਾਂ ਨੇ ਜਿਹੜਾ ਇੱਕ ਬਹੁਤ ਹੀ ਦੁਨੀਆ ਦਾ ਬੈਸਟ ਬਿਹਤਰੀਨ ਜਿਹੜਾ ਸੈਂਟਰ ਬਣਾਇਆ ਹੈ ਔਰ ਉਸ ਸੈਂਟਰ ਦੀ ਖੂਬੀ ਕੀ ਹੈ ਕਿ ਫ੍ਰੀ 'ਚ ਬੱਚੇ ਪੜ੍ਹਨਗੇ ਔਰ ਰੋਜ਼ਗਾਰ ਵੀ ਮਿਲੂਗਾ। ਮੈਂ ਧੰਨਵਾਦ ਕਰਦਾ ਸਾਨੀ ਸਾਹਿਬ, ਗੁਰੂ ਸਾਹਿਬ ਆਪ ਜੀ ਨੂੰ ਇਸੇ ਤਰ੍ਹਾਂ ਸਿਹਤ ਜਾਬਤਾ ਬਖਸ਼ਣ। ਬਸ ਮੈਂ ਪੰਜਾਬ ਦੇ ਅੰਦਰ ਵਸਦੇ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਹੈ, ਜਿਨ੍ਹਾਂ ਤੇ ਮੁਕੱਦਮੇ ਬਣੇ ਨੇ ਵੀਰੋ, ਉਹ ਲੜਾਈ ਅਸੀਂ ਲੜਦੇ ਪਏ ਹਾਂ। ਜਿਹੜੇ ਰਹਿ ਗਏ ਨੇ ਮਹਾਰਾਜ ਕਿਰਪਾ ਕਰੇ ਅਗਲੇ ਹਫਤੇ ਸਾਰੇ ਬਾਹਰ ਆ ਜਾਣਗੇ, ਘਬਰਾਇਓ ਨਾ ਜੇ। ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਗਏ ਕੰਮਾਂ ਨੂੰ ਵੇਖਦੇ ਹੋਏ ਵਿਕਾਸਪੁਰੀ ਦੀ ਸੰਗਤ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰਜੀਤ ਸਿੰਘ ਮੋਂਟੀ ਵੱਲੋਂ ਇਹਨਾਂ ਦਾ ਆਵਾਜ਼ੇ ਕੌਮ ਅਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਿਰਸਾ ਨੇ ਸਨਮਾਨ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਗਏ ਕੰਮਾਂ ਨੂੰ ਵੇਖਦਿਆਂ ਵਿਕਾਸਪੁਰੀ ਦੀ ਸੰਗਤ ਅਤੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਇੰਦਰਜੀਤ ਸਿੰਘ ਮੋਂਟੀ ਵੱਲੋਂ ਆਵਾਜ਼ੇ ਕੌਮ ਅਵਾਰਡ ਨਾਲ ਇਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਇੰਦਰਜੀਤ ਸਿੰਘ ਮੋਂਟੀ ਅਤੇ ਜਸਵੀਰ ਸਿੰਘ ਕਾਕਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਣ ਦਾ ਐਲਾਨ ਕੀਤਾ। ਸਿਰਸਾ ਤੇ ਕਾਲਕਾ ਵੱਲੋਂ ਇਹਨਾਂ ਸਾਰਿਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਇੰਦਰਜੀਤ ਸਿੰਘ ਮੋਂਟੀ ਨੇ ਕਿਹਾ ਕਿ ਸਿਰਸਾ ਤੇ ਸ੍ਰੀ ਕਾਲਕਾ ਵੱਲੋਂ ਪਿਛਲੇ 2 ਸਾਲਾਂ ਦੌਰਾਨ ਜਿਸ ਤਰੀਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਸੰਭਾਲਦਿਆਂ ਸੰਗਤ ਲਈ ਖਾਸ ਤੌਰ ਤੇ ਮਨੁੱਖਤਾ ਦੀ ਸੇਵਾ ਲਈ ਜੋ ਕੰਮ ਕੀਤਾ ਗਿਆ ਉਸ ਨਾਲ ਦੁਨੀਆ ਭਰ ਵਿੱਚ ਸਿੱਖਾਂ ਦਾ ਮਾਣ ਸਤਿਕਾਰ ਹੋਰ ਵਧਿਆ। ਮੈਂ ਬਹੁਤ ਧੰਨਵਾਦ ਕਰਦਾ ਮੋਂਟੀ ਜੀ ਨੇ, ਸਾਡੇ ਨਾਲ ਬਹੁਤ ਪਿਆਰ ਆ। ਮੈਂ ਇੱਕ ਗੱਲ ਮੋਂਟੀ ਜੀ ਦੀ ਕਹਿ ਕੇ, ਸਭ ਨੂੰ ਪਤਾ ਮੋਂਟੀ ਚੰਗਾ ਹੈ, ਕਹਿਣ ਦੀ ਵੈਸੇ ਲੋੜ ਨਹੀਂ, ਸਭ ਨੂੰ ਪਤਾ ਹੈ। ਇਹਨੇ ਭਾਵੇਂ ਕੁਛ ਹੋ ਜੇ ਅੰਮ੍ਰਿਤ ਵੇਲੇ ਉੱਠ ਕੇ ਉਸ ਅਕਾਲ ਪੁਰਖ ਦੀ ਉਸਤਤ ਕਰਨੀ ਆ। ਦੇਖੋ ਜੀਵਨ ਦੇ ਅੰਦਰ ਬਹੁਤ ਲੋਕ ਹੁੰਦੇ ਨੇ ਜਿਨ੍ਹਾਂ ਦੇ ਚਿਹਰੇ ਕੁਛ ਹੋਰ ਹੁੰਦੇ ਨੇ, ਚਿਹਰਿਆਂ ਦੇ ਪਿੱਛੇ ਕੁਛ ਹੋਰ ਹੁੰਦੇ ਨੇ, ਜਿਵੇਂ ਵੀਰ ਜੀ ਨੇ ਗੱਲ ਕਹੀ ਸੀ ਹੁਣੇ। ਲੇਕਿਨ ਅੱਛੀ ਗੱਲ ਕੀ ਆ, ਘੱਟ ਹੋਵੇ ਪਰ ਜਿੰਨਾ ਕਿ ਹੋਵੇ ਜੋ ਦਿਖਦਾ ਹੋਵੇ ਉਹੀ ਹੋਵੇ। ਮੈਂ ਸੰਗਤ ਜੀ ਮੋਂਟੀ ਜੀ ਦਾ ਧੰਨਵਾਦ ਕਰਦਾ। ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਦੇਖੋ ਜਦੋਂ ਬੰਦੇ ਨੂੰ ਇਹੋ ਜਿਹੀਆਂ ਚੀਜ਼ਾਂ ਮਿਲਣ ਲੱਗ ਪੈਂਦੀਆਂ ਨੇ ਨਾ, ਮੈਂ ਮੋਂਟੀ ਜੀ ਨੂੰ ਤਾਂ ਪਰਸੋਂ ਕਿਹਾ ਸੀਗਾ, ਆਵਾਜ਼ੇ ਕੌਮ ਜਾਂ ਕੋਈ ਵੀ ਜਦੋਂ ਬੰਦਾ ਨਾ ਕੁਦਰਤੀ ਤੌਰ ਤੇ ਨਾ ਉਹ ਜ਼ਮੀਨ ਤੋਂ ਪੈਰ ਛੱਡ ਜਾਂਦਾ ਹੈ, ਉਹਨੂੰ ਭੁਲੇਖੇ ਪੈਣ ਲੱਗ ਪੈਂਦੇ ਨੇ ਵੀ ਯਾਰ ਕੁਛ ਨਾ ਕੁਛ ਹੋਊਗਾ ਜ਼ਰੂਰ।
ਮੈਂ ਬਹੁਤ ਨੇਤਾਵਾਂ ਦਾ ਇਨਕਾਊਂਟਰ ਇਸ ਤਰ੍ਹਾਂ ਹੀ ਹੁੰਦਾ ਦੇਖਿਆ, ਕਿਉਂਕਿ ਜਿਹੜੇ ਗੱਡੀ 'ਚ ਬੈਠਦੇ ਨੇ ਨਾ, ਮਾਫ ਕਰਨਾ, ਉਹ ਸਾਰੇ ਮੌਂਟੀ 'ਚ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਕਦੀ ਮਾੜਾ ਕਹਿਣਗੇ ਹੀ ਨਹੀਂ, ਵਰਨਾ ਤੁਸੀਂ ਗੱਡੀ 'ਚ ਲਾ ਦੋਗੇ ਉਹਨੂੰ। ਮੈਂ ਇੱਕ ਬੜਾ ਸਧਾਰਨ ਜਿਹੇ ਪਰਿਵਾਰ ਤੋਂ ਹਾਂ ਔਰ ਗੁਰੂ ਦੀ ਮੇਰੇ ਤੇ ਰਹਿਮਤ ਬੜੀ ਬਖਸ਼ਿਸ਼ ਆ। ਮੈਂ ਇੱਕ ਕਿਸਾਨ ਦਾ ਬੇਟਾ ਹਾਂ, ਮੈਨੂੰ ਇਸ ਗੱਲ ਦਾ ਪਹਿਲਾਂ ਫਖਰ ਆ। ਮੈਂ ਆਪਣੇ ਨਾਮ ਦੇ ਪਿੱਛੇ ਸਿਰਸਾ ਰੱਖਿਆ, ਹਟਾਇਆ ਨਹੀਂ, ਇਸ ਕਰਕੇ ਨਹੀਂ ਮੌਂਟੀ 'ਚ ਹਟਾਇਆ ਸੀ ਕਿ ਮੈਂ ਜਿੱਥੋਂ ਦਾ ਹੈਗਾ ਮੈਂ ਉਹ ਜਾਏ, ਮੈਂ ਬਦਲੂੰਗਾ ਨਹੀਂ ਆਪਣੇ ਆਪ ਨੂੰ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ। ਦੇਖੋ, ਸਾਡੀ ਕੌਮ ਦੀ ਇੱਕ ਤਾਕਤ ਹੈ। ਪਹਿਲਾਂ ਸਾਡੇ ਤੋਂ ਪਹਿਲਾਂ ਜਿਹੜੇ ਪ੍ਰਬੰਧਕ ਰਹੇ ਨੇ ਨਾ, ਉਹਨਾਂ ਦੀ ਸੋਚ ਇਹ ਰਹੀ ਆ ਵੀ ਕੁਰਸੀ ਜਿਹੜੀ ਆ ਨਾ, ਉਹਦੇ ਨਾਲ ਸਾਡੇ ਨਾਲ ਚਿਪਕ ਜਾਵੇ ਕਿਸੇ ਤਰੀਕੇ। ਅਸੀਂ ਖੜੇ ਹੋਈਏ ਤੇ ਕੁਰਸੀ ਨਾਲ ਖੜੀ ਹੋ ਜੇ, ਅਸੀਂ ਬੈਠੀਏ ਤੇ ਕੁਰਸੀ ਨਾਲ ਬਹਿ ਜੇ, ਕੁਰਸੀ ਨਾਲ ਤੁਰ ਕੇ ਗੱਡੀ 'ਚ ਬੈਠੀਏ ਤੇ ਕੁਰਸੀ ਨਾਲ ਤੁਰ ਪਿੱਛੋਂ ਵੀ ਨਾ ਪਾ ਕੇ ਬਹਿ ਜੇ। ਇਹ ਸੋਚ ਰਹੀ, ਇਹ ਸੋਚ ਬੜੀ ਮਾੜੀ। ਇਹ ਸੋਚ ਇਸ ਕਰਕੇ ਮਾੜੀ ਆ, ਜਦੋਂ ਬੰਦੇ ਦੀ ਭਾਵਨਾ ਹੀ ਬਣ ਜਾਂਦੀ ਆ ਨਾ, ਫਿਰ ਯਕੀਨੀ ਤੌਰ ਤੇ ਉਹ ਸਭ ਕੁਝ ਭੁੱਲ ਜਾਂਦਾ ਹੈ। ਉਹਨੂੰ ਕੋਈ ਗੱਲ ਚੇਤੇ ਨਹੀਂ ਰਹਿੰਦੀ, ਉਹਨੂੰ ਸਿਰਫ ਕੁਰਸੀ ਚੇਤੇ ਰਹਿੰਦੀ ਆ। ਔਰ ਜਦੋਂ ਬੰਦੇ ਦੇ ਦਿਮਾਗ 'ਚ ਇਹ ਗੱਲ ਵੜ ਜਾਂਦੀ ਆ, ਮਾਫ ਕਰਨਾ, ਫਿਰ ਰੱਬ ਤੋਂ ਉਹਦਾ ਵਿਸ਼ਵਾਸ ਉੱਡ ਜਾਂਦਾ। ਮੈਂ 2013 ਦੀ ਚੁਣਾਵ ਲੜ ਕੇ ਸਭ ਤੋਂ ਪਹਿਲਾਂ, ਮੈਨੂੰ ਅੱਜ ਵੀ ਯਾਦ ਆ, ਉਦੋਂ ਤੇ ਮੈਨੂੰ ਸਟਾਰ ਟੀਵੀ ਵਾਲੇ ਨੇ ਪੁੱਛਿਆ ਜਦੋਂ ਮੈਂ ਜਿੱਤ ਕੇ ਬਾਹਰ ਨਿਕਲਿਆ, ਮੈਨੂੰ ਕਹਿੰਦਾ ਵੀ ਆਪ ਇਸ जीत पे क्या कहना चाहते हैं। मैं क्या बस मैं एक ही बात, ਤੁਹਾਨੂੰ अगर याद आ जाए कहीं अगर देखा हुए थे, मैं क्या बस मैं एक ही बात कहना चाहता हूँ, जो लोग सत्ता में थे उन्होंने नकली तख्तों का वोट आसरा लिया, नकली तख्तों का, सरकारों का। मैंने असली तख्त का वोट आसरा लिया था। उनको पता चल गया जीत असली तख्त की हुई है, हार नकली तख्त। जिस तरीके दे नाल संत जी ने, सिंह साहब ने, इस इलाके के सारे सूझवान पतवंते सजना ने शलाघा की दिल्ली सिख गुरुद्वारा प्रबंधक कमेटी के कारजां दी, मैनू बाणी का फरमान याद आ गया कि निर्गुण राख लिया, संतन का सदका, सतगुरु ढाक लिया, मोहे पापी पड़दा। गुरु महाराज की अपार किरपा और संगतां दा हमेशा आशीर्वाद साडी इस टीम के उत्ते रहा और श्रोमणी अकाली दल की समूची टीम जिस तरीके दे नाल 2013 दे विच संगतां दा एक फतवा लैके सेवा दे विच आई सी और बड़े ही प्यार दे नाल ये सेवावां शुरू कीतियां और तुहाडे सामने भी अज कि अज देश दे विच नहीं, दुनिया दे विच अगर कोई नाम किसी जथेबंदी का सिखा का होंदा है तो दिल्ली सिख गुरुद्वारा प्रबंधक कमेटी का नाम सब तो पहला लिया जाता। ये सेवा सानू सारिਆਂ ਨੂੰ श्रोमणी अकाली दल के बैनर थले मिली। श्रोमणी अकाली दल का 100 साल पुरानी जथेबंदी जिन्होंने आज 100 साल हो गए और वो जथेबंदी जिदे पहले प्रधान सरदार सन्मुख सिंह जी झबाल, संत फतेह सिंह, बाबा अतर सिंह, मास्टर तारा सिंह वर्गे प्रधान रहे और साडे पार्टी के सरपरस्त सरदार प्रकाश सिंह जी बादल साहब जिन्हों ने बहुत घालना कलियां। सारी लीडरशिप की गल कर रहे हैं इस पंथ नूं न्यारा पंथ बनाने वास्ते। सरदार प्रकाश सिंह जी बादल ने अपने जीवन के 18 साल जेल के विच कट्टे सिर्फ तो सिर्फ पंथ की चढ़ती कला वास्ते। और सानू भी जिहड़ी प्रेरणा दी जाती है साडी लीडरशिप तो मिली और तुसीं देख सकते हो कि पिछले 2 सालों च मैं खास तौर पर कहांगा क्योंकि बहुत समा विचों एफा जा भी रहा जिहदे बारे चोणां दे विच गल करांगे, मगर अज क्योंकि बहुत वधिया दिहाड़ा है जिथे सरदार इंद्रजीत सिंह जी मोंटी, सरदार जसबीर सिंह जी काका जी, सरदार लखबीर सिंह जी सोनू जी अपने साथियों समेत और श्रोमणी अकाली दल के विच शमूलियत पा रहे हैं जिन्होंने हमेशा सिखां नूं मान दिता। साडे विरोधी मैनूं नाम लैंदे होए भी गुरेज नहीं करांगा क्योंकि श्रोमणी अकाली दल दिल्ली एक पार्टी बना रखी है। जब पहली बार दिल्ली दे विच प्रधान बने सरदार परमजीत सिंह सरना तद श्रोमणी अकाली दल ने उन्होंने प्रधान बनाया। जे मनजीत सिंह जी के 2013 दे विच पहली बार प्रधान बनया तो सरदार सुखबीर सिंह बादल ने उन्होंने प्रधान बनवाया। ऐसी जथेबंदियां नूं अज बाहर खड़े होकर सिर्फ अपने मुफाद वसे गालां कढणियां ये तुहाडे लोगों नूं समझ आना चाहिए कि किस किस्म के लोग ने। ਸਰਬੱਤ ਸਾਧ ਸੰਗਤ ਦਾ बहुत बहुत ਧੰਨਵਾਦ ਜੋ ਅੱਜ ਦਾ ਵਿਸ਼ੇਸ਼ ਸਨਮਾਨ ਸਮਾਰੋਹ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਅਤੇ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਆਵਾਜ਼ੇ ਕੌਮ ਦਾ ਐਵਾਰਡ ਦੇ ਨਾਲ ਸੰਗਤ ਵੱਲੋਂ ਨਿਵਾਜਿਆ ਗਿਆ। ਉੱਥੇ ਹੀ ਗੁਰਦੁਆਰਾ ਕਮੇਟੀਆਂ ਜਿਹੜੀਆਂ ਲਗਭਗ 20 ਦੇ ਕਰੀਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਸੰਤ ਬਾਬਾ ਪੀਲਾ ਸਭਾ, ਗੁਰਦੁਆਰਾ ਗੁਰੂ ਸੰਗਤ ਸਭਾ ਅਤੇ 20 ਕਮੇਟੀਆਂ ਇਹ ਸਾਰੀਆਂ ਮੋਹਨ ਗਾਰਡਨ ਤੱਕ ਉਹਨਾਂ ਸਾਰਿਆਂ ਨੂੰ ਇੱਥੋਂ
ਸਨਮਾਨ ਦਿੱਤਾ ਗਿਆ, ਕੌਮ ਦੇ ਹੀਰੇ। ਔਰ ਵਿਸ਼ੇਸ਼ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਾਰੀ ਹੀ ਟੀਮ ਦਾ, ਸਮੁੱਚੀ ਟੀਮ ਦਾ, ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦਾ, ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦਾ ਤੇ ਇੱਥੋਂ ਦੇ ਸਾਰੇ ਯੂਥ ਵਿੰਗ ਦਾ, ਵਿਕਾਸਪੁਰੀ ਦੀ ਸਮੂਹ ਸਾਧ ਸੰਗਤ ਦਾ, ਜਿਹੜੀ ਵਾਰਡ ਨੰਬਰ 30 ਤੋਂ ਇੱਥੇ ਅੱਜ ਪੁੱਜੀ ਹੈ ਬਹੁਤ ਵੱਡੀ ਗਿਣਤੀ ਦੇ ਅੰਦਰ, ਉਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਵਿੱਚ ਉਸ ਸਮੇਂ ਵੱਡੀ ਤਾਕਤ ਮਿਲੀ ਜਦੋਂ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਨੇ ਸਰਨਾ ਦਲ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਉਹਨਾਂ ਦਾ ਸਵਾਗਤ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦਿੱਲੀ 'ਚ ਉਦੋਂ ਮਜ਼ਬੂਤੀ ਮਿਲੀ ਜਦੋਂ ਸਰਨਾ ਦਲ ਛੱਡ ਕੇ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੀ ਹਾਜ਼ਰ ਸਨ। ਸੁਖਬੀਰ ਬਾਦਲ ਨੇ ਪਾਰਟੀ ਵਿੱਚ ਸ਼ਾਮਲ ਹੋਣ ਉੱਤੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਭਰੋਸਾ ਦਿੱਤਾ ਕਿ ਉਹਨਾਂ ਨੂੰ ਪਾਰਟੀ ਵਿੱਚ ਪੂਰਾ ਬਣਦਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਇਸ ਟੀਮ ਦੇ ਸਦਕਾ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਦਾ ਪੂਰੀ ਦੁਨੀਆ ਵਿੱਚ ਸਿਰ ਫਖਰ ਨਾਲ ਉੱਚਾ ਹੋਇਆ ਹੈ। ਇਸ ਮੌਕੇ ਸਿਰਸਾ ਤੇ ਕਾਲਕਾ ਨੇ ਵਾਲੀਆ ਦਾ ਆਪਣੀ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਉੱਤੇ ਨਿੱਘਾ ਸਵਾਗਤ ਕੀਤਾ। ਸਰਦਾਰ ਭਜਨ ਸਿੰਘ ਵਾਲੀਆ ਜੀ ਨੇ ਆਪਣਾ ਸਮਰਥਨ, ਆਪਣਾ ਸਾਥ, ਕੌਮ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਕੀਤਾ। ਇਸ ਕਰਕੇ ਆਪਾਂ ਇਕੱਠੇ ਹੋਏ। ਦੂਜਾ, ਸਾਡੇ ਮਾਣਯੋਗ ਪ੍ਰਧਾਨ ਸਾਹਿਬ ਇੱਥੇ ਆਏ ਨੇ। ਦੇਖੋ, ਸਾਡੇ ਵੀ ਅੱਜ ਇੱਕ ਮਾਣ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਸਾਹਿਬ ਸਾਡੇ ਵਿੱਚ ਨੇ ਔਰ ਸਾਨੂੰ ਇਹ ਕਾਰਗੁਜ਼ਾਰੀ ਕਰਨ ਦਾ ਪਿਛਲੇ 2 ਸਾਲ ਤੋਂ ਬਾਦਲ ਸਾਹਿਬ ਨੇ ਮੌਕਾ ਦਿੱਤਾ। ਬਈ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਨਾ ਚਾਹੁੰਦਾ, ਮੇਰੇ ਵੱਡੇ ਬਜ਼ੁਰਗਾਂ ਨੂੰ ਵੀ ਔਰ ਮੇਰੇ ਨੌਜਵਾਨਾਂ ਨੂੰ ਵੀ, ਜੇ ਤੁਹਾਨੂੰ ਲੱਗਦਾ ਹੋਵੇ ਸਾਡੀ ਗੱਲਾਂ ਸੱਚੀਆਂ ਨੇ ਤੇ ਜਕਾਰੇ ਆਪ ਛੱਡ ਕੇ ਸਾਡੀ ਹੌਸਲਾ ਅਫਜ਼ਾਈ ਕਰਿਓ ਤਾਂ ਕਿ ਸਾਡੇ ਲੀਡਰ ਸਾਹਿਬਾਨਾਂ ਨੂੰ ਔਰ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਨੌਜਵਾਨਾਂ ਦੀ ਟੀਮ ਦਿੱਲੀ ਦੇ ਅੰਦਰ ਕਿਤਨਾ ਪਰਫਾਰਮ ਕਰ ਰਹੀ ਹੈ। मैं तुम याद करना चाहना है, फरवरी 2017 ਦਾ ਟ੍ਰਿਬਿਊਨ ਦਾ ਨਿਊਜ਼ਪੇਪਰ ਤੀਜਾ ਪੇਜ ਕੱਢ ਕੇ ਦੇਖਿਓ ਜੇ, ਉਹਦੀ ਹੈਡਿੰਗ ਕੀ ਆ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮੈਂ ਸੱਜਣ ਕੁਮਾਰ ਨੂੰ ਇਸ ਕਰਕੇ ਸਰੋਪੇ ਪਾਏ ਸੀ ਕਿਉਂਕਿ ਨੇ ਪੰਥ ਦੇ ਕੰਮ ਕੀਤੇ ਸੀ। ਜਿਨ੍ਹਾਂ ਦੇ ਘਰਾਂ 'ਚੋਂ ਸਰੋਪੇ ਪਾਉਂਦੇ ਸੀ ਉਹਨਾਂ ਨੇ ਸਾਡੇ ਘਰਾਂ 'ਚ ਟਾਇਰ ਲਾ ਕੇ ਅੱਗ ਲਾਈ ਸੀ। ਜਿੱਦਣ ਸਾਨੂੰ ਮੌਕਾ ਮਿਲਿਆ ਉਹਨਾਂ ਨੂੰ ਜੇਲ੍ਹਾਂ 'ਚ ਛੱਡ ਕੇ ਆਏ। ਬਸ ਇੰਨਾ ਹੀ ਅੰਤਰ ਉਹਨਾਂ 'ਚ ਸਾਡੇ। ਜੇ ਕਿ ਉਹਨਾਂ ਮੰਚ ਤੇ ਬੋਲਣ ਦਾ ਮੌਕਾ ਮਿਲਦਾ ਸੀ, ਵੱਡੇ ਵੱਡੇ ਬਾਲ ਸਾਹਿਬ ਲੀਡਰਾਂ ਨੂੰ ਬੁਲਾ ਕੇ ਘਰਾਂ 'ਚ ਸਰੋਪੇ ਪਾ ਕੇ ਕਹਿੰਦੇ ਸੀ ਇਹਨੇ ਆਹ ਕੰਮ ਕੀਤਾ, ਇਹਨੇ ਆਹ ਕੰਮ ਕੀਤਾ, ਕੌਮ ਨੂੰ ਛੋਟਾ ਕਰਨ ਦਾ ਕੰਮ ਕੀਤਾ। ਦਿੱਲੀ ਕਮੇਟੀ ਦੀ ਸੇਵਾ ਮੈਨੂੰ ਮਿਲੀ ਆ। ਇਹ ਦਾਸ ਇਹ ਗੱਲ ਕਹਿਣਾ ਚਾਹੁੰਦਾ, ਬੜੇ ਫਕਰ ਨਾਲ ਕਹਿਣਾ ਚਾਹੁੰਦਾ ਮੈਂ, 70 ਦਿੱਲੀ 'ਚ ਐਮਐਲਏ ਨੇ, 7 ਦਿੱਲੀ 'ਚ ਐਮਪੀ ਨੇ ਔਰ 272 ਕਾਉਂਸਲਰ ਨੇ, 272। ਪਰ ਦਿੱਲੀ ਕਮੇਟੀ ਦੇ ਕੌਮ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਪ੍ਰਧਾਨ, ਉਸਨੇ ਛੋਟਾ ਕਰਨ ਦਾ ਕੰਮ ਕੀਤਾ। ਰੋਜ਼ ਉਹਨਾਂ ਐਮਐਲਏ ਦੇ ਘਰਾਂ 'ਚ ਸਰੋਪੇ ਪਾ ਕੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪਿਛਲੇ 2 ਸਾਲਾਂ ਦੇ ਅੰਦਰ ਇਤਿਹਾਸ ਰਚੇ ਨੇ। ਜਿਹੜੇ ਕੰਮ 50 ਸਾਲਾਂ 'ਚ ਨਹੀਂ ਕੋਈ ਕਰ ਸਕਿਆ, 2 ਸਾਲਾਂ 'ਚ ਕਰਕੇ ਦਿਖਾਏ। ਬਾਦਲ ਸਾਹਿਬ, ਇਹਨਾਂ ਸਕੂਲਾਂ ਨੂੰ ਪਿਛਲੇ 2 ਸਾਲਾਂ 'ਚ ਅਸੀਂ 35 ਕਰੋੜ ਰੁਪਇਆ ਆਕਸੀਜਨ ਜ਼ਰੂਰ ਦਿੱਤਾ ਹੈ, 35 ਕਰੋੜ ਰੁਪਇਆ ਤਨਖਾਹਾਂ ਵਾਸਤੇ, ਜਦੋਂ ਕਿ ਪਿਛਲੇ 50 ਸਾਲਾਂ ਦੇ ਅੰਦਰ ਕਿਸੇ ਨੇ 35 ਕਰੋੜ ਛੱਡੋ, ਕੁੱਲ ਮਿਲਾ ਕੇ 3.5 ਕਰੋੜ ਨੂੰ ਦਿੱਤਾ। ਅਸੀਂ 2 ਸਾਲਾਂ 'ਚ 35 ਕਰੋੜ ਇਹਨਾਂ ਸਕੂਲਾਂ ਨੂੰ ਬਚਾਉਣ ਵਾਸਤੇ ਦਿੱਤਾ। 2002 'ਚ ਨੀਂਹ ਪੱਥਰ ਰੱਖਿਆ ਸੀ ਹਸਪੀਟਲ ਦਾ, 2002 'ਚ 12 ਸਾਲ ਤੱਕ ਸਰਦਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਰਹੇ, ਇੱਕੋ ਹੀ ਗੱਲ ਕਹਿੰਦੇ ਰਹੇ, ਮੈਂ ਹਸਪੀਟਲ ਬਣਾਉਂਗਾ, ਮੈਂ ਹਸਪੀਟਲ ਬਣਾਉਂਗਾ, ਮੈਂ ਹਸਪੀਟਲ ਬਣਾਉਂਗਾ, ਮੈਂ ਰੋਡ ਮੈਪ ਲੈ ਕੇ ਆਉਂਗਾ, ਮੈਂ ਰੋਡ ਮੈਪ ਲੈ ਕੇ ਆਉਂਗਾ। 6 ਸਾਲ ਸਾਡੇ ਨਾਲ ਰਹੇ ਪ੍ਰਧਾਨ, 6 ਸਾਲ ਤੱਕ ਉਹ ਵੀ ਇਹ ਕਹਿੰਦੇ ਰਹੇ ਮੈਂ ਹਸਪੀਟਲ ਬਣਾਉਂਗਾ। ਅੱਜ ਦੋਵੇਂ ਤੁਹਾਡੇ ਚੋਣ ਕੇ ਆ ਕੇ ਪਤਾ ਕੀ ਕਹਿੰਦੇ ਸੀ, ਅਸੀਂ ਹਸਪੀਟਲ ਦਾ ਰੋਡ ਮੈਪ ਦੇਾਂਗੇ। ਅਸੀਂ ਕਹਿੰਦਾ ਕੋਈ ਰੋਡ ਮੈਪ ਨਹੀਂ, ਹਸਪੀਟਲ ਦੇਾਂਗੇ। ਔਰ ਇਹ ਕੰਮ जो कोई आदमी 18 साल च लोग मिलके नहीं कर सके, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਅਰਦਾਸ ਕੀਤੀ, ਬਾਬਾ ਬਚਨ ਸਿੰਘ ਜੀ ਨੂੰ ਬੁਲਾ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇਹ ਅਰਦਾਸ ਕਰਕੇ ਸੰਗਤਾਂ ਨੂੰ ਐਲਾਨ ਕੀਤਾ ਸੀ। ਅਗਰ ਤੁਹਾਨੂੰ ਯਾਦ ਹੋਵੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਜਦੋਂ ਮਨਾਵਾਂਗੇ, ਉਸ ਤੋਂ ਪਹਿਲਾਂ ਹਸਪੀਟਲ ਚਾਲੂ ਕਰਾਂਗੇ। ਔਰ ਅੱਜ 1 ਸਾਲ ਕੋਵਿਡ ਦਾ ਵੀ ਨੁਕਸਾਨ ਹੋ ਗਿਆ, ਲੇਕਿਨ ਇਹ ਸਾਡਾ ਰੋਡ ਮੈਪ ਸੀ। 1 ਸਾਲ ਦੇ ਅੰਦਰ ਅਸੀਂ ਉਹ ਹਸਪੀਟਲ, ਤੁਹਾਨੂੰ ਫਖਰ ਹੋਊਗਾ, ਦੇਸ਼ ਔਰ ਕੌਮ ਨੂੰ ਫਖਰ ਹੋਊਗਾ। ਆਪਣਾ ਹਸਪੀਟਲ ਹੈ ਜਿਹੜਾ ਹਸਪੀਟਲ ਆ ਦੇਸ਼ ਦਾ ਸਭ ਤੋਂ ਵੱਡਾ ਕਿਡਨੀ ਡਾਇਲਿਸਿਸ ਹਸਪੀਟਲ ਬਣ ਜਾ ਰਿਹਾ, ਦੇਸ਼ ਦਾ ਸਭ ਤੋਂ ਵੱਡਾ। ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ
ਕਿ ਸਾਡੇ ਹੀ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਮੀਤ ਸਿੰਘ ਜੀ ਵਾਲੀਆ ਸਾਹਿਬ, ਜਿਨ੍ਹਾਂ ਦਾ ਪੋਲੀਟੀਕਲ ਸਫ਼ਰ ਜਿਹੜਾ ਅਕਾਲੀ ਦਲ ਤੋਂ ਸ਼ੁਰੂ ਹੋਇਆ। ਅਕਾਲੀ ਦਲ ਦੇ ਵਿੱਚ 1995 ਦੇ ਵਿੱਚ ਪਹਿਲੀ ਚੋਣ ਜਿੱਤ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹਨਾਂ ਨੇ ਸੇਵਾ ਸੰਭਾਲ ਸ਼ੁਰੂ ਕੀਤੀ ਔਰ ਬਹੁਤ ਲੰਬਾ ਸਫ਼ਰ ਵੱਡੀਆਂ ਅਹੁਦੇਦਾਰੀਆਂ ਤੇ ਰਹਿ ਕੇ ਸਿੱਖ ਕੌਮ ਦੀ ਇਹਨਾਂ ਨੇ ਸੇਵਾ ਕੀਤੀ ਹੈ। ਮਗਰ ਅੱਜ ਸਾਨੂੰ ਖੁਸ਼ੀ ਹੈ ਕਿ ਆਪਣੀ ਮਾਂ ਪਾਰਟੀ ਦੇ ਵਿੱਚ ਵਾਪਸ ਇਹ ਘਰ ਵਾਪਸ ਵਰਤੇ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਨਿੱਜੀ ਪਾਰਟੀ ਨਹੀਂ ਹੈ। ਇਹ ਕਿਸੇ ਘਰ 'ਚ ਬੈਠੀ ਹੋਈ ਕੋਈ ਜਥੇਬੰਦੀ ਨਹੀਂ ਹੈ। ਸ਼ਹੀਦਾਂ ਦੀ ਉਹ ਜਥੇਬੰਦੀ ਜਿਹਦਾ ਅਸੀਂ 16 ਸਾਲ ਹੁਣ ਮਨਾ ਰਹੇ ਹਾਂ ਔਰ ਇਸ 16 ਸਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਪਾਰਟੀ ਨੇ ਵੱਡੇ ਕਾਰਜ ਕੀਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। 2013 ਤੋਂ ਵਿੱਚ ਜਿਸ ਤਰੀਕੇ ਦੇ ਨਾਲ ਇਸ ਟੀਮ ਨੂੰ ਸੇਵਾ ਮਿਲੀ, ਅਸੀਂ ਸੰਗਤਾਂ ਦੇ ਵਿੱਚ ਵਾਅਦੇ ਕੀਤੇ ਸੀ ਕਿ ਜਿਹੜੀ ਜ਼ਿੰਮੇਵਾਰੀ ਲੋਕ ਸਾਡੇ ਤੋਂ ਉਮੀਦ ਰੱਖਦੇ ਹਨ, ਜਿਸ ਸਿੱਖ ਇਤਿਹਾਸ ਨੂੰ ਉਜਾਗਰ ਕਰਨ ਦੀ ਅਸੀਂ ਆਪਣੇ ਗੁਰੂ ਧਾਮਾਂ ਦੇ ਸੇਵਾ ਦੀ, ਇਹ ਸਾਰੀਆਂ ਗੱਲਾਂ ਅਸੀਂ ਪਿਛਲੇ ਸਮੇਂ ਦੇ ਵਿੱਚ ਪੂਰੀਆਂ ਕੀਤੀਆਂ। ਮਗਰ ਮੈਂ ਸਮਝਦਾ ਕਿ 2 ਸਾਲ ਪਹਿਲੇ ਜਿਸ ਤਰੀਕੇ ਦੇ ਨਾਲ ਅੱਜ ਦੀ ਇਸ ਮੌਜੂਦਾ ਕਮੇਟੀ ਨੇ ਕੰਮ ਸ਼ੁਰੂ ਕੀਤੇ ਹੈ, ਉਹ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਮੈਨੂੰ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਆਉਣ ਵਾਲੀ 7 ਤਰੀਕ ਦੇ ਵਿੱਚ ਜਿਸ ਦੇ ਉੱਤੇ ਪਿਛਲੇ 21 ਸਾਲਾਂ ਤੋਂ ਸਿਆਸਤ ਕੀਤੀ ਜਾਂਦੀ ਸੀ, ਗੁਰਦੁਆਰਾ ਬਾਲਾ ਸਾਹਿਬ ਦੇ ਹਸਪੀਟਲ ਦੀ, ਦੁਨੀਆ ਦਾ ਸਭ ਤੋਂ ਵੱਡਾ ਡਾਇਲਿਸਿਸ ਸੈਂਟਰ ਉੱਥੇ ਖੁੱਲ੍ਹਣ ਜਾ ਰਿਹਾ ਹੈ ਔਰ ਬਾਲਾ ਸਾਹਿਬ ਹਸਪੀਟਲ ਦੀ ਅਸੀਂ ਪਹਿਲੇ ਫੇਜ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ 7 ਮਾਰਚ ਨੂੰ। 11 ਮਾਰਚ ਨੂੰ ਦੁਨੀਆ ਦੀ ਸਭ ਤੋਂ ਸਸਤੀ MRI ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਬਦਲਾਅ ਲੈ ਕੇ ਆਏ ਔਰ ਲੋਕਾਂ ਦੇ ਵਿੱਚ ਇਸ ਚੀਜ਼ ਦਾ ਵਿਸ਼ਵਾਸ ਪੈਦਾ ਕੀਤਾ ਕਿ ਜਿਹੜੀ ਕਮੇਟੀ ਹੈ ਇਹ ਪਾਰਦਰਸ਼ਤਾ ਦੇ ਨਾਲ ਕੰਮ ਕਰਦੀ ਹੈ, ਇਹਦੇ ਵਿੱਚ ਕਰਪਸ਼ਨ ਦੀ ਕੋਈ ਥਾਂ ਨਹੀਂ ਹੈਗੀ। ਸੋ ਇੱਕ ਬਦਲਾਅ ਲੈ ਕੇ ਆਏ। ਮੈਂ ਇੱਕ ਵਾਰ ਫਿਰ ਤੋਂ ਸਰਦਾਰ ਭਜਨ ਸਿੰਘ ਜੀ ਵਾਲੀਆ ਉਹਨਾਂ ਨੂੰ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆ ਕਹਿੰਦਾ ਔਰ ਤੁਹਾਡੀ ਸਾਰੀ ਸੰਗਤਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ एकजुटता दिखाई है। ये और मिल के आज सरदार MPS ਚੱਡਾ ਦੇ ਸੱਦੇ ਦੇ ਉੱਤੇ ਪਹੁੰਚੇ ਹੋ। मैं कह सकता सरना साहब जो जिस जगह पहुँचे उन्होंने पहुँचाने वाले वालिया साहब से सारी दिल्ली जो सत्कार वालिया साहब का सी ते मैनू बड़ी खुशी है, दिलों खुशी है कि अज श्रोमणी अकाली दल च आए है। एक बहुत वड्डी ताकत साडी पार्टी में मिली है तो मैनू बड़ी आस है ਹੁਣ ਹਰਮੀਤ ਕਾਲਕਾ ਜੀ, ਮਨਜਿੰਦਰ ਸਰ ਚੱਡਾ ਸਾਹਿਬ ਵਾਲੀ ਸਭ ਸਾਰੇ ਇਕੱਠੇ ਹੋ ਕੇ ਹੋਰ ਵੀ ਜਿਹੜੇ ਲੋਕ ਹੈ ਜਿਹੜੇ ਪਾਰਟੀ ਨਾਲ ਸਤਿਕਾਰ ਜਿਨ੍ਹਾਂ ਦਾ ਹੈ ਦਿਲੋਂ ਚਾਹੁੰਦੇ ਸ਼ਾਮ ਨਾਲ ਲੈ ਕੇ ਜਾਣਗੇ ਤੇ ਵਾਲੀਆ ਸਾਹਿਬ ਦੇ ਨਾਲ ਸਾਰੀ ਟੀਮ ਹੀ ਆ ਗਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਅਕਾਲੀ ਦਲ ਬਹੁਤ ਸਟਰੈਂਥ ਹੋ ਗਈ। ਮੇਰੇ ਪਾਸ ਲਫ਼ਜ਼ ਹੀ ਨਹੀਂ ਕਿੰਨੀ ਖੁਸ਼ੀ ਮੈਨੂੰ ਹੋਈ, ਮੈਂ ਸ਼ਾਇਦ ਸ਼ਬਦਾਂ ਰਾਹੀਂ ਬਿਆਨ ਹੀ ਨਹੀਂ ਕਰ ਸਕਦਾ। ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀ ਕੌਮ ਦੇ ਧੁਰੇ ਨਾਲ ਟੁੱਟ ਜ਼ਰੂਰ ਗਿਆ ਸੀ, ਪਰ ਉਹ ਜਿਹੜਾ ਸਮਾਂ ਸੀ ਜੁਦਾਈ ਦਾ ਲੰਬਾ ਤੇ ਹੋਇਆ, ਪਰ ਅੰਤ ਵਿੱਚ ਆ ਕੇ ਮੈਂ ਆਪਣੇ ਧੁਰੇ ਦੇ ਨਾਲ ਜੁੜ ਗਿਆ। ਮੈਂ ਆਪਣੇ ਦਿਲ ਦੀ ਗਹਿਰਾਈਆਂ ਤੋਂ ਪੰਥ ਦਾ, ਕੌਮ ਦਾ ਤੇ ਅਕਾਲ ਪੁਰਖ ਦਾ ਧੰਨਵਾਦੀ ਹਾਂ ਕਿ ਮੈਂ ਸਹੀ ਦਿਸ਼ਾ ਵਿੱਚ ਸਹੀ ਸਥਾਨ 'ਤੇ ਆ ਗਿਆ ਔਰ ਆਉਣ ਵਾਲੇ ਸਮੇਂ ਦੇ ਅੰਦਰ ਮੈਂ ਗੁਰੂ ਦੀ ਸਹੀ ਸੇਵਾ ਕਰਾਂਗਾ ਔਰ ਆਉਣ ਵਾਲੇ ਦਿਨਾਂ ਦੇ ਅੰਦਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਿਪਾਹੀ, ਸੁਖਬੀਰ ਸਿੰਘ ਜੀ ਦੀ ਇੱਕ ਬਾਂਹ ਔਰ ਕੌਮ ਦੇ ਲਈ ਇੱਕ ਅਸੈਟ ਬਣ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਤੇ ਸੰਯੁਕਤ ਮੋਰਚੇ ਦੇ ਸਹਿਯੋਗ ਦੀ ਬਦੌਲਤ ਦਿੱਲੀ 'ਚ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਹੋਰ ਵਿਅਕਤੀਆਂ ਦੀ ਜ਼ਮਾਨਤ ਤੇ ਰਿਹਾਈ ਹੋ ਰਹੀ ਹੈ ਤੇ ਬਾਕੀ ਵਿਅਕਤੀ ਜਲਦੀ ਜੇਲ੍ਹ 'ਚੋਂ ਬਾਹਰ ਆ ਜਾਣਗੇ। 26 ਜਨਵਰੀ ਦੀ ਕਿਸਾਨ ਪਰੇਡ ਤੇ ਹੋਰਨਾਂ ਮਾਮਲਿਆਂ 'ਚ ਗ੍ਰਿਫਤਾਰ ਕੀਤੇ ਗਏ ਸਿੱਖਾਂ ਦੀ ਮਦਦ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ। ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਬਤ ਅਹਿਮ ਜਾਣਕਾਰੀਆਂ ਸਮੇਂ-ਸਮੇਂ ਉੱਤੇ ਸਾਂਝੀਆਂ ਕੀਤੀਆਂ ਨੇ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਵਕੀਲਾਂ ਵੱਲੋਂ ਕੀਤੀ ਗਈ ਕਾਨੂੰਨੀ ਚਾਰਾਜੋਈ ਸਦਕਾ ਨਵਦੀਪ ਕੌਰ ਸਮੇਤ ਹੋਰ ਸਿੱਖ ਕਿਸਾਨ ਰਿਹਾ ਹੋਏ ਨੇ। ਸਿਰਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਹੋਰ ਵਿਅਕਤੀਆਂ ਦੀ ਜ਼ਮਾਨਤ ਅਤੇ ਰਿਹਾਈ ਹੋ ਰਹੀ है तो बाकी व्यक्ति भी जल्दी जेल चों बाहर आ जाएंगे। पहले तो सारे हम सब धन्यवाद करते हैं जुडिशरी का, दिल्ली सिख गुरुद्वारा मैनेजमेंट कमेटी, एडवोकेट साहब का, RS चीमा जी का, विशेष तौर पर हरतिंदर जी, हमारे बैंस साहब यहीं पे पहुंचे हुए हैं, उनका, पवनदीप जी का, बिश्नोई साहब का, सबका हम धन्यवाद करते हैं क्योंकि ये जैसे अभी
नवदीप ने कहा ये लड़ाई आसान नहीं थी। 307 और डकैती की धाराओं में बेल लेना ये कोई आसान काम नहीं था, लेकिन जिन लोगों ने इसमें हमारा साथ दिया है उनके तो हम हमेशा कर्जदार और एहसानमंद हैं ही हैं और रहेंगे। आज सिर्फ इतना ही कहना चाहते हैं कि हमारी बहन, हमारी बेटी छूट कर आई है। हम सब लोग बहुत खुश हैं, उनकी माता जी, इनकी बहन रवजीत, सब लोग हम बहुत खुश हैं। ਇਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਨੂੰਨੀ ਟੀਮ ਦੇ ਯਤਨਾਂ ਸਦਕਾ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਹੋਰ ਕਿਸਾਨ ਜ਼ਮਾਨਤ ਮਿਲਣ ਤੋਂ ਬਾਅਦ ਤਿਹਾੜ ਜੇਲ੍ਹ ਵਿੱਚੋਂ ਰਿਹਾ ਹੋ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਹਨਾਂ ਨੌਜਵਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਕਾਲਕਾ ਨੇ ਕਿਹਾ ਕਿ ਜਿਹੜੇ ਨੌਜਵਾਨ ਰਿਹਾ ਹੋਏ ਨੇ ਉਹਨਾਂ ਨੂੰ FIR ਨੰਬਰ 49 ਪੁਲਿਸ ਥਾਣਾ ਅਲੀਪੁਰ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਕਾਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਵੱਲੋਂ ਚੇਅਰਮੈਨ ਜਗਦੀਪ ਸਿੰਘ ਕਾਲੋਂ ਦੀ ਅਗਵਾਈ ਹੇਠ ਸਖਤ ਮਿਹਨਤ ਕਰਕੇ ਇਹਨਾਂ ਨੌਜਵਾਨਾਂ ਦੀ ਜ਼ਮਾਨਤ ਮਨਜ਼ੂਰ ਕਰਵਾਈ ਗਈ ਅਤੇ ਜੇਲ੍ਹ ਵਿੱਚੋਂ ਬਾਹਰ ਆ ਗਏ ਨੇ। ਉਹਨਾਂ ਮੁੜ ਦੁਹਰਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਇਹਨਾਂ ਦੀ ਜ਼ਮਾਨਤਾਂ ਕਰਵਾਉਣ ਤੱਕ ਸੀਮਿਤ ਨਹੀਂ ਰਹੇਗੀ, ਬਲਕਿ ਇਹਨਾਂ ਦੇ ਕੇਸ ਲੜ ਕੇ ਇਹਨਾਂ ਨੂੰ ਬਾਇਜ਼ਤ ਬਰੀ ਵੀ ਕਰਵਾਇਆ ਜਾਵੇਗਾ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਸਰਦਾਰ ਗੁਰਮੀਤ ਸਿੰਘ ਅੱਜ ਤਕਰੀਬਨ 1 ਮਹੀਨੇ ਦੇ ਆਸ-ਪਾਸ ਅੰਦਰ ਰਹਿ ਕੇ ਆਏ ਨੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਉੱਥੋਂ ਚੁੱਕਿਆ ਗਿਆ ਸਿੰਘੂ ਬਾਰਡਰ ਤੋਂ ਅਲੀਪੁਰ ਥਾਣੇ ਦੇ ਵਿੱਚ 33 ਬੰਦਿਆਂ ਦੀ ਇਕੱਠੀ FIR ਹੋਈ ਸੀ ਔਰ ਉਹਦੇ ਵਿੱਚ ਉਹ ਜਿਸ ਤਰੀਕੇ ਦੇ ਨਾਲ ਬੇਲਾਂ ਹੋ ਰਹੀਆਂ, ਮੈਂ ਸਮਝਦਾ ਕਿ ਜੋ ਸਰਕਾਰ ਦੇ ਮਨਸੂਬੇ ਸੀ ਉਹਨਾਂ ਦੇ ਉੱਤੇ ਅੱਜ ਪਾਣੀ ਫਿਰਿਆ ਗਿਆ। ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕਿਸਾਨ ਵੀਰ ਜਦ ਬਾਹਰ ਆਉਂਦੇ ਆ, ਜਿਸ ਤਰੀਕੇ ਦੇ ਨਾਲ ਜੈਕਾਰੇ ਲਾਉਂਦੇ ਆਉਂਦੇ ਆ, ਇਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਜਿਸ ਜੋਸ਼ ਦੇ ਨਾਲ ਵਾਪਸ ਉਸ ਕਿਸਾਨ ਮੋਰਚੇ ਲਈ ਜਾਣ ਲਈ ਤਿਆਰ ਨੇ, ਮੈਂ ਸਮਝਦਾ ਕਿ ਇਹ ਇੱਕ ਜਜ਼ਬਾ ਹੈ ਔਰ ਇਹਦਾ ਸਭ ਤੋਂ ਵੱਡਾ ਕਾਰਨ ਇਹ ਬਣਿਆ ਕਿ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਯੁਕਤ ਕਿਸਾਨ ਮੋਰਚਾ ਸਾਰਿਆਂ ਨੇ ਰਲ ਮਿਲ ਕੇ ਜਿਹੜੀ ਲੜਾਈ ਲੜੀ ਹੈ ਔਰ ਅੱਜ ਇਹ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਤਕਰੀਬਨ 65-70 ਬੰਦੇ ਬਾਹਰ ਆ ਚੁੱਕੇ। ਅੱਜ ਜਿਹੜੇ 9 ਬੰਦਿਆਂ ਦੀ ਰਿਹਾਈ ਹੋਈ ਹੈ ਉਹ ਅੱਜ ਸਾਡੇ ਵਿੱਚ ਸਾਰੇ ਪਹੁੰਚੇ ਨੇ। ਤੋਂ ਮੈਂ ਸਾਰੀ ਆਪਣੀ ਸਮੁੱਚੀ ਟੀਮ ਦਾ, ਸਰਦਾਰ ਜਸਵੀਰ ਸਿੰਘ ਜੀ ਢਿੱਲੋਂ, ਸਰਦਾਰ ਰਵਿੰਦਰ ਸਿੰਘ ਜੀ, ਸਰਦਾਰ ਸੰਧੂ ਸਾਹਿਬ ਦਾ, ਪ੍ਰਤੀਕ ਸਿੰਘ ਦਾ, ਸਭ ਦਾ ਧੰਨਵਾਦ ਕਰਦਾ ਕਿਉਂਕਿ ਇਹ ਇੱਕ ਵਕੀਲਾਂ ਦੀ ਟੀਮ ਹੈ ਜਿਨ੍ਹਾਂ ਨੇ ਬਿਲਕੁਲ ਸਾਡਾ ਸਾਥ ਦਿੱਤਾ ਔਰ ਨਿਸ਼ਕਾਮ ਹੋ ਕੇ ਜਿਹੜੀ ਸੇਵਾ ਕਰ ਰਹੇ ਆ। ਸੋ ਅੱਜ ਸਾਰਿਆਂ ਨੂੰ ਵਧਾਈ ਦਿੰਦੇ ਆ ਕਿ ਇਹ ਇੰਨੀ ਵੱਡੀ ਜਿੱਤ ਹੋ ਰਹੀ ਹੈ ਔਰ ਜਿਸ ਤਰੀਕੇ ਨਾਲ ਸਾਰਿਆਂ ਦੀ ਜ਼ਮਾਨਤਾਂ ਹੋ ਰਹੀ ਹੈ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੇ ਕੇਸਾਂ ਦੀ ਪੈਰਵਾਈ ਜਾਰੀ ਹੈ, ਜਿਸ ਦੇ ਤਹਿਤ ਦਿੱਲੀ ਕਮੇਟੀ ਦੀ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਲੋਂ ਨੇ ਵੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਜਾਂ ਕਿਸਾਨ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਨ ਤੇ ਹਾਲੇ ਵੀ ਤਿਹਾੜ ਜੇਲ੍ਹ ਵਿੱਚ ਬੰਦ ਨੇ, ਉਹਨਾਂ ਦੀ ਜ਼ਮਾਨਤਾਂ ਕਰਵਾਉਣ ਲਈ ਲੀਗਲ ਟੀਮ ਲਗਾਤਾਰ ਕੰਮ ਕਰ ਰਹੀ ਹੈ। ਦੇਖੋ, ਇੱਕ ਕਿਸਾਨੀ ਅੰਦੋਲਨ ਜੋ ਚੱਲ ਰਿਹਾ ਹੈ 26 ਨਵੰਬਰ ਤੋਂ ਸ਼ੁਰੂ ਹੋਇਆ ਸੀ ਔਰ ਹੁਣ ਤੱਕ ਇਹ ਨਿਰੰਤਰ ਅੰਦੋਲਨ ਜਿਹੜਾ ਆਪਣੇ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਜਿਹੜਾ ਆਪਣਾ ਪ੍ਰੋਟੈਸਟ ਕਰ ਰਹੇ ਆ, ਜਿਹੜੇ 3 ਕਾਲੇ ਕਾਨੂੰਨ ਹੈ ਉਹਨਾਂ ਦੇ ਖਿਲਾਫ। ਸ਼ੁਰੂ ਤੋਂ ਹੀ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਲੰਗਰਾਂ ਦੀ ਸੇਵਾ ਚੱਲ ਰਹੀ ਸੀ। ਸਰਦੀ ਦਾ ਮੌਸਮ ਸੀ, ਸਰਦੀ ਦੇ ਵਿੱਚ ਹੋਰ ਜਿਸ ਵੀ ਚੀਜ਼ ਦੀ ਲੋੜ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਸੀ। ਸਾਡੇ ਕੋਲ ਇੱਥੇ ਕਰੀਬ 100 ਤੋਂ ਜ਼ਿਆਦਾ ਵਕੀਲ ਸਾਹਿਬ ਨੇ ਜਿਹੜੇ ਕਿ ਬਿਲਕੁਲ ਨਿਸ਼ਕਾਮ ਫ੍ਰੀ ਸੇਵਾ ਆਪਣੀ ਦੇ ਰਹੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ। ਨਾਲ ਅਸੀਂ ਕਿਸਾਨ ਮੋਰਚੇ ਦਾ ਲੀਗਲ ਸੈੱਲ ਦੇ ਜੋ ਇੰਚਾਰਜ ਹਨ ਪ੍ਰੇਮ ਸਿੰਘ ਭੰਗੂ ਜੀ, ਉਹਨਾਂ ਦੇ ਨਾਲ ਤਾਲਮੇਲ ਬਣਾ ਕੇ ਸਹਿਯੋਗ ਦੇ ਨਾਲ ਇਹ ਸਾਰੀ ਜਿਹੜੀ ਸਹਿਯੋਗ ਹੈ ਜਿਹੜਾ ਕਰ ਰਹੇ ਆ। ਔਰ ਮੈਂ ਦੱਸਣਾ ਚਾਹੁੰਦਾ ਕਿ 122 ਕਿਸਾਨਾਂ ਨੂੰ, ਲੋਕਾਂ ਨੂੰ 26 ਜਨਵਰੀ ਤੋਂ ਲੈ ਕੇ 30 ਜਨਵਰੀ ਦੇ ਦਰਮਿਆਨ ਅਰੈਸਟ ਕੀਤਾ ਗਿਆ ਸੀ। ਉਸ ਤੋਂ ਬਾਅਦ ਹੁਣ ਤੱਕ ਟੋਟਲ 151 ਲੋਕ ਜਿਹੜੇ ਆ ਉਹ ਅਰੈਸਟ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚੋਂ ਕਰੀਬ 90 ਕਿਸਾਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਹੁਣ ਤੱਕ ਹੋ ਚੁੱਕੀ ਆ। ਅਰਾਊਂਡ 86 ਜਿਹੜੇ ਆ ਉਹ ਜੇਲ੍ਹ ਤੋਂ ਬਾਹਰ ਆ ਚੁੱਕੇ ਆ। ਸੋ ਅਸੀਂ ਇਹ ਜਿਹੜੇ ਵੀ ਨਿਰਦੋਸ਼ ਅਰੈਸਟ ਹੋਏ ਆ, ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ, ਔਰ ਇਹ ਸਾਰਿਆਂ ਲੋਕਾਂ ਨੂੰ ਅਸੀਂ ਇਹਨਾਂ ਦੀ ਜ਼ਮਾਨਤ ਵੀ ਕਰਾਵਾਂਗੇ, ਕੇਸ ਹੈ ਉਹ ਵੀ ਖਤਮ ਕਰਾਵਾਂਗੇ। ਬੀਤੇ ਦਿਨੀ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਦੇ ਸਪੁੱਤਰ ਅਤੇ ਚੜ੍ਹਦੀ ਕਲਾ ਟਾਈਮ TV ਦੇ ਡਾਇਰੈਕਟਰ ਸਵਰਗਵਾਸੀ ਸਤਬੀਰ ਸਿੰਘ ਦਰਦੀ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਅੰਤਿਮ ਅਰਦਾਸ ਸਮਾਗਮ ਕਰਵਾਏ ਗਏ, ਜਿਸ ਵਿੱਚ ਰਾਗੀ ਜਥਿਆਂ ਨੇ ਕੀਰਤਨ ਰਾਹੀਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਰਾਜਸੀ, ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਚੜ੍ਹਦੀ ਕਲਾ ਟਾਈਮ TV ਦੇ ਡਾਇਰੈਕਟਰ ਸਤਬੀਰ ਸਿੰਘ ਦਰਦੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਕਿਹਾ ਕਿ ਸਤਬੀਰ ਸਿੰਘ ਦਰਦੀ ਦਾ ਬੇਵਕਤ ਚਲੇ ਜਾਣਾ ਸਮੁੱਚੀ ਕੌਮ ਅਤੇ ਮੀਡੀਆ ਜਗਤ ਲਈ ਵੱਡਾ ਘਾਟਾ ਹੈ। ਅੱਜ ਅਸੀਂ ਇੱਕ ਐਸੀ
ਨੇਕ ਤੇ ਪਵਿੱਤਰ ਰੂਹ ਦੇ ਦੁਸਹਿਰੇ ਤੇ ਇਕੱਠੇ ਹੋਏ ਹਾਂ। ਸਰਦਾਰ ਸਤਬੀਰ ਸਿੰਘ ਜੀ, ਜਿਨ੍ਹਾਂ ਦੀ ਬਹੁਤ ਘੱਟ ਆਯੂ ਦੇ ਅੰਦਰ ਪੰਥ ਦੀਆਂ ਮਹਾਨ ਸੇਵਾਵਾਂ 'ਚ ਹਿੱਸਾ ਲੈਂਦੇ ਹੋਏ ਇਸ ਲੋਕ ਤੋਂ ਚਲਾਣਾ ਕਰ ਗਏ, ਔਰ ਇੱਕ ਐਸੀ ਨੇਕ ਰੂਹ ਜਿਨ੍ਹਾਂ ਨੇ ਆਪਣਾ ਪਿਤਾ ਜੀ ਵਾਂਗੂ ਜੀਵਨ ਪੰਥ ਦੀਆਂ ਸੇਵਾਵਾਂ ਦੇ ਲੇਖੇ ਲਾਇਆ। ਅੱਜ ਸਾਡੀ ਆਵਾਜ਼ ਆ ਸਰਦਾਰ ਜਗਜੀਤ ਸਿੰਘ ਜੀ ਦਰਦੀ ਸਾਹਿਬ, ਜਿਸ ਤਰੀਕੇ ਉਹਨਾਂ ਨੇ ਦੇਸ਼ ਔਰ ਦੁਨੀਆ ਦੇ ਅੰਦਰ ਸਿੱਖ ਆਵਾਜ਼ ਨੂੰ ਪਹੁੰਚਾਇਆ। ਮੈਂ ਸਰਦਾਰ ਹਮਦਰਦ ਜੀ ਪਿੱਛੇ ਬੈਠੇ ਸੀ ਤੇ ਮੈਂ ਦੇਖ ਰਿਹਾ ਕਿ ਇਹ ਦੋ ਐਸੀਆਂ ਸ਼ਖਸੀਅਤਾਂ ਨੇ ਜਿਹੜੀਆਂ ਸਾਡੇ ਵਾਸਤੇ ਚਾਨਣ ਮੁਨਾਰ ਨੇ, ਜਿਨ੍ਹਾਂ ਨੇ ਇਹ ਸਾਡੀ ਪੰਜਾਬੀਅਤ ਦੀ ਅਹਿਮੀਅਤ ਨੂੰ ਦੁਨੀਆ ਤੱਕ ਪਹੁੰਚਾਇਆ। ਔਰ ਦਰਦੀ ਸਾਹਿਬ ਨੇ ਨਾਲ ਕਰੋੜਾਂ ਜੀਆਂ ਨੂੰ ਗੁਰਬਾਣੀ ਦੇ ਚਰਨੀ ਲਾਇਆ। ਬਹੁਤ ਸੌਖਾ ਹੁੰਦਾ ਏ ਇਸ ਦੁੱਖ ਦੇ ਪ੍ਰਤੀ ਅਲਫਾਜ਼ਾਂ ਨਾਲ ਬੋਲਣਾ, ਪਰ ਬੜਾ ਔਖਾ ਹੁੰਦਾ ਏ ਉਹਨੂੰ ਮੋਢਿਆਂ 'ਤੇ ਚੁੱਕਣਾ। ਅਸੀਂ ਦਰਦੀ ਸਾਹਿਬ ਤੁਹਾਡੇ ਇਸ ਦਰਦ ਨੂੰ ਸਮਝ ਸਕਦੇ ਹਾਂ। ਭਰੀ ਜਵਾਨੀ ਦੇ ਅੰਦਰ ਆਪਣੇ ਨੌਜਵਾਨ ਬੱਚੇ ਦੀ ਚਿਖਾਂ ਨੂੰ ਅੱਗ ਦੇਣਾ ਇਹ ਕੋਈ ਸੌਖੀ ਗੱਲ ਨਹੀਂ, ਪਰ ਇਹ ਵੀ ਉਸ ਅਕਾਲ ਪੁਰਖ ਦਾ ਪਾਣਾ ਹੈ, ਜੋ ਪਾਣਾ ਜਿਸ ਰਜਾ 'ਚ ਮੇਰਾ ਮਾਲਕ ਰੱਖੇ ਉਸ ਰਜਾ 'ਚ ਰਹਿਣਾ ਪੈਂਦਾ ਹੈ। ਬਹੁਤ ਘਾਟਾ ਹੈ, ਬਹੁਤ ਵੱਡਾ ਘਾਟਾ ਹੈ। ਸਮਾਜ ਨੂੰ ਵੀ ਘਾਟਾ ਜਿੱਥੇ ਪਰਿਵਾਰ ਨੂੰ ਘਾਟਾ ਹੈ। ਮੈਂ ਆਪਣੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇਸ ਬੜੀ ਹੀ ਪਵਿੱਤਰ ਰੂਹ ਦੇ ਚਰਨਾਂ 'ਚ ਆਪਣੇ ਸ਼ਰਧਾ ਸੁਮਨ ਅਰਪਿਤ ਕਰਦਾ। ਔਰ ਪਰਮ ਪਿਤਾ ਪਰਮੇਸ਼ਵਰ ਤੋਂ ਆਪਾਂ ਸਭ ਨੇ ਬੇਨਤੀ ਜੋਦਰੀ ਅਰਦਾਸ ਕਰਨੀ ਆ ਕੀਤੀ ਆ, ਗੁਰੂ ਸਾਹਿਬ ਇਸ ਨੇਕ ਰੂਹ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ। ਸਭਨਾ ਮਰਨਾ ਆਇਆ ਤੇ ਵਿਛੋੜਾ ਸਭਨਾ। ਸਾਰੇ ਸੰਤ ਮਹਾਂਪੁਰਸ਼ ਬੈਠੇ ਆ, ਸੰਗਤ ਬੜੀ ਸੂਝਵਾਨ ਬੈਠੀ, ਦੂਰੋਂ ਦੂਰੋਂ ਚੱਲ ਕੇ ਆਏ ਆ ਤੇ ਆਏ ਆਪਾਂ ਇੱਕ ਦਰਦ ਵੰਡਾਉਣ ਵਾਸਤੇ, ਦੁੱਖ ਸਾਂਝਾ ਕਰਨ ਵਾਸਤੇ। ਜਿੰਨੀ ਜ਼ਿਆਦਾ ਸੰਗਤ ਇਕੱਠੀ ਹੋਵੇ ਦੁੱਖ ਘਟਦਾ ਹੈ। ਮੌਤ ਬਾਰੇ ਗੁਰੂ ਸਾਹਿਬ ਨੇ ਜੋ ਸਾਨੂੰ ਫਰਮਾਨ ਕੀਤਾ ਹੈ ਕਿ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿ ਨਾ। ਇਹ ਵਿਛੋੜਾ ਐਸਾ ਕਿ ਇਹਦਾ ਮਿਲਾਪ ਨਹੀਂ ਕਿਤੇ ਵੀ ਲਿਖਿਆ, ਕਿਸੇ ਗ੍ਰੰਥ ਨੇ, ਨਾ ਕਿਸੇ ਪੰਥ ਨੇ, ਨਾ ਕਿਸੇ ਵੇਦ ਨੇ, ਕਿਤੇ ਮਿਲਾਪ ਨਹੀਂ। ਇਹ ਐਸਾ ਵਿਛੋੜਾ, ਇਸੇ ਕਰਕੇ ਦਾ ਬਹੁਤ ਦੁੱਖ ਹੈ। ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਦਾ ਮਰਨਾ ਹੋਏ। ਇਸ ਕਰਕੇ ਉਹਦਾ ਹੀ ਆਸਰਾ ਦਰਦੀ ਪਰਿਵਾਰ ਨੇ ਤਾਂ ਲਿਆਈ, ਉਹਦਾ ਆਸਰਾ। ਸੰਤ ਜੀ ਬੈਠੇ ਸਾਡੇ ਮਹਾਂਪੁਰਸ਼ ਮਾਰਕੰਡੇ ਵਾਲੇ ਸਹਿਜ ਪਾਠ ਕਰਦੇ ਆ, ਦੁਨੀਆ ਸੁਣਦੀ, ਲੱਖਾਂ ਦਾ ਉਧਾਰ ਹੋ ਰਿਹਾ। ਇਸ ਕਰਕੇ ਜਿੱਥੇ ਬਾਣੀ ਦਾ ਹੀ ਆਸਰਾ ਹੋਏ, ਬਾਣੀ ਦਾ ਹੀ ਪ੍ਰਤਾਪ ਹੋਏ, ਸਾਨੂੰ ਗੁਰਾਂ ਤੇ ਇਹਨਾਂ ਦੇ ਲੜ ਲਾਇਆ। ਤੇ ਨਾਲ ਇਹ ਸ਼ਬਦ ਆਪਾਂ ਪੜ੍ਹੀਏ ਜਿਹੜੇ ਗੁਰੂ ਅਮਰਦਾਸ ਸਮੇਂ ਦੇ ਉੱਤੇ ਭਾਈ ਸੁੰਦਰ ਜੀ ਨੇ ਆਖਿਆ ਕਿ ਸਤਿਗੁਰ ਭਾਣੇ ਆਪਣੇ ਬੈ ਪਰਿਵਾਰ ਸਦਾਇਆ, ਮਤ ਮੈਂ ਪਿੱਛੋਂ ਕੋਈ ਰੋਪ ਸੀ ਸੋ ਮੈਂ ਮੂੰਹ ਨਾ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੋਂ ਕੀਰਤਨ ਕਰਿਓ ਨਿਰਮਾਣ ਜੀਓ, ਕੇਸ਼ੋ ਗੋਪਾਲ ਪੰਡਤ ਸਜਿਓ ਹਰ ਹਰ ਕਥਾ ਪੜ੍ਹਿਓ ਪ੍ਰਾਣ ਜੀਓ। ਇਹ ਸਾਨੂੰ ਮਰਜ਼ਾਦਾ ਸਤਿਗੁਰਾਂ ਨੇ ਦਿੱਤੀ ਆ। ਐੜੀ ਮਰਜ਼ਾਦਾ 'ਚ ਬੈਠੇ, ਕਿਸੇ ਸੰਤ ਦੀ ਨਹੀਂ, ਕਿਸੇ ਪੰਥ ਦੀ ਨਹੀਂ। ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਾਡੇ ਨੂੰ ਇਸ ਲੜ ਲਾਇਆ ਤੇ ਅਰਦਾਸ ਕਰਨੀ ਆ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਪਾਤਸ਼ਾਹ ਕਿ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਇਹ ਪੁੱਤਰਾਂ ਦੇ ਦੁੱਖ ਕਹਿਣ ਦੀ ਗੱਲ ਹੁੰਦੀ ਆ, ਝੱਲਣੇ ਬੜੇ ਔਖੇ ਹੁੰਦੇ ਆ। ਇਸ ਕਰਕੇ ਭਾਣਾ ਮੰਨਣਾ ਤੁਸੀਂ ਆਪ ਜਾਣਦੇ ਆ। ਵੱਡਾ ਦਿਲ ਕਰਕੇ ਜਦ ਤੱਕ ਤਾਂ ਚੜ੍ਹਦੀ ਕਲਾ ਚੈਨਲ ਰਹੂਗਾ, ਤਦ ਤੱਕ ਸਤਬੀਰ ਸਿੰਘ ਦੀਆਂ ਕੀਤੀਆਂ ਕੰਮਾਂ ਦਾ ਨਾਂ ਦੁਨੀਆ 'ਚ ਰਹੂਗਾ, ਜਿੰਨੀ ਉਹਨੇ ਮਿਹਨਤ ਕਰਕੇ ਇਸ ਚੈਨਲ ਨੂੰ ਖੜਾ ਕੀਤਾ। ਇਸ ਕਰਕੇ ਅਸੀਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਰਹਿਮਤ ਬਖਸ਼ੀ, ਉਸ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਪਿੱਛੇ ਉਹਦੇ ਪਿਤਾ ਨੂੰ, ਉਹਦੀ ਮਾਤਾ ਨੂੰ, ਉਹਦੀ ਘਰ ਵਾਲੇ ਨੂੰ, ਸਾਰੇ ਪਰਿਵਾਰ ਨੂੰ, ਆਏ ਸਕੇ ਸੰਬੰਧੀਆਂ ਨੂੰ ਭਾਣਾ ਮੰਨ ਦਾ ਬਲ ਬਖਸ਼ੀ। ਇਹਨਾਂ ਕੋਲ ਕਹਿੰਦਾ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਸੋ ਦੋਸਤੋ, ਅੱਜ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਸ਼ਵ ਪੰਜਾਬੀ ਸੰਸਥਾ ਤੇ ਸਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਨਾਲ ਹੀ ਅਸੀਂ ਵੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਤੇ ਸੰਯੁਕਤ ਮੋਰਚੇ ਦੇ ਸਹਿਯੋਗ ਦੀ ਬਦੌਲਤ ਦਿੱਲੀ 'ਚ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਹੋਰ ਵਿਅਕਤੀਆਂ ਦੀ ਜ਼ਮਾਨਤ ਤੇ ਰਿਹਾਈ ਹੋਈ ਹੈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਚੇਨਈ ਪ੍ਰੋਗਰਾਮ ਗੁੰਜਾ ਸਿੱਖ ਫਿਰਸਾ ਲੈ ਕੇ ਫਿਰ ਆਪ ਜੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोनिहार।